ਤਾਂ ਲਗਾਤਾਰ ਕਿਸਾਨਾਂ ਦੇ ਅੰਦੋਲਨ ਤੇ ਮਹਾ ਕਵਰੇਜ ਜਾਰੀ ਹੈ। ਇੱਕ ਪਾਸੇ ਸਰਕਾਰ ਦੇ ਨਾਲ ਮੀਟਿੰਗ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ, ਦੂਜੇ ਪਾਸੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਦਿੱਲੀ ਪੁਲਿਸ ਤੇ ਕਿਸਾਨਾਂ ਦੀ ਅਹਿਮ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਇਸ ਸਭ ਦੇ ਵਿਚਾਲੇ 26 ਜਨਵਰੀ ਦੀ ਪਰੇਡ ਨੂੰ ਲੈ ਕੇ ਪੂਰੀ ਤਰ੍ਹਾਂ ਕਿਸਾਨ ਤਿਆਰ ਨੇ। ਦਿੱਲੀ ਤੋਂ ਲੈ ਕੇ ਪੰਜਾਬ ਤੱਕ ਤਿਆਰੀਆਂ ਹੋ ਰਹੀਆਂ ਨੇ। ਹਰੀਕੇ ਪੱਤਨ ਤੋਂ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਕਾਫਲੇ ਨਿਕਲ ਰਹੇ ਨੇ 26 ਜਨਵਰੀ ਦੀ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਹਰੀਕੇ ਪੱਤਨ ਤੋਂ ਲਾਈਵ जुड़े हुए ने ते विज्ञान भवन तो पंकज कपाही लगातार अपडेट दे रहे हैं। तो सब तो पहला राजीव का रुख करते हैं। तो राजीव, जो ट्रैक्टर परेड है किसानों ने साफ कर दिता है कि हर हाल दे विच तां होके ही रहेगी, वड्डी गिनती विच ट्रैक्टर पहुंचणगे। फिलहाल ये जो लोग अज जा रहे हैं किहड़ी जथेबंदी दे नाल जुड़े हुए ने या आम लोग भी इन्हां दे विच शामिल ने? जी हाँ अमृत, जितों तक जथेबंदी का सवाल है तो किसान मजदूर संघर्ष कमेटी वालों ये ऐलान किया गया सी कि 26 जनवरी की जिहड़ी ट्रैक्टर परेड होनी है उस दे विच वड्डी गिणती दे विच माझे दे नाल संबंधित जिहड़े किसान ने वो शमूलीयत करने के। तो मैं किसान आगू दे नाल भी गलबात करांगा, पर पहला एक बार तस्वीर दिखाना कि जो केंद्र सरकार नूं ये जिहड़ी तस्वीर है चिंता दे विच जरूर पा सकदी, क्योंकि जिथे दिल्ली दे विच किसान आगूआं दे नाल ये बैठक की जा रही है कि 26 तरीक का जिहड़ा मार्च है जिहड़ी परेड है उसनूं किसी तरीके रोकिया जाए। पर तुसीं देखो कि ये पंजाब दे और खास तौर ते माझे दी जिहड़ी तस्वीर है हरीके पत्तन और इस तो इलावा ब्यास तो भी वड्डी गिणती दे विच अज जिहड़े ट्रैक्टर ट्रालियां ने वो दिल्ली दे लई रवाना होणीਆਂ ने। तो किसान आगू मेरे नाल मौजूद ने। सबरा साहब, इत्थों किन्नियां क जिहड़ियां ट्रैक्टर ट्रालियां अज दिल्ली दे लई रवाना होण जा रही ने और 26 तरीक की जिहड़ी परेड है कि ये उसे दा हिस्सा बनणगीਆਂ सारियां ट्रैक्टर ट्रालियां? हाँ जी, हम अहीं 26 तरीक की जिहड़ी परेड वा ਉਹਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ। ਸਾਡਾ ਪੰਜਵਾਂ ਜਥਾ ਜਿਹੜਾ ਉਹ ਤੁਰ ਰਿਹਾ ਵਾ। 2000 ਤੋਂ ਪਲੱਸ ਜਿਹੜੇ ਆ ਉਹ ਟਰੈਕਟਰ ਟਰਾਲੇ ਸਾਡੇ ਜਿਹੜੇ ਆ ਉਹ ਤਰਨਤਾਰਨ, ਅੰਮ੍ਰਿਤਸਰ ਤੋਂ, ਬਿਆਸ ਤੋਂ, ਹਰੀਕੇ ਤੋਂ ਚੱਲ ਰਹੇ ਆ। ਇਸ ਤੋਂ ਅੱਗੇ ਮਖੂ ਤੋਂ, ਲੁਧਿਆਣੇ ਤੋਂ, ਜਲੰਧਰ ਤੋਂ, ਪਟਿਆਲੇ ਤੋਂ ਔਰ ਮੋਗੇ ਤੋਂ ਵੱਡੀ ਤਾਦਾਦ ਦੇ ਵਿੱਚ ਜਿਹੜੇ ਟਰੈਕਟਰ ਟਰਾਲੇ ਉਹ ਵੀ ਆਉਣਗੇ। ਬਹੁਤ ਵੱਡੀ ਗਿਣਤੀ ਅਸੀਂ ਲੈ ਕੇ ਕੱਲ ਤਾਂ ਸ਼ਾਮ ਤੱਕ ਜਿਹੜਾ ਦਿੱਲੀ ਆਪਣੇ ਮੋਰਚੇ ਦੇ ਵਿੱਚ ਪਹੁੰਚ ਜਾਵਾਂਗੇ। ਉੱਥੇ ਜਾ ਕੇ ਅਸੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਰਣਨੀਤੀ ਤੈਅ ਕਰਾਂਗੇ, ਕਿਉਂਕਿ ਅੱਜ 56 ਦਿਨ ਹੋ ਗਏ ਆ ਸਰਕਾਰ ਦਾ ਪੂਰਾ ਦਮਖਮ ਲੱਗਾ ਪਿਆ ਵਾ ਇਹਨਾਂ ਤਾਰਪੀਡੋ ਕਰ ਲਈ ਇਹਨਾਂ ਅੰਦੋਲਨਾਂ ਨੂੰ। ਪਰ ਜਿੰਨਾ ਜਾਬਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੇ ਵਿਖਾਇਆ ਵਾ, ਮੈਂ ਅਪੀਲ ਕਰਨੀ ਚਾਹੁੰਦਾ ਪੂਰੇ ਦੇਸ਼ ਦੇ ਨੌਜਵਾਨਾਂ ਨੂੰ ਕਿ ਇਸ ਜਾਬਤੇ ਨੂੰ ਕਾਇਮ ਰੱਖਿਓ। ਜੇ ਤੁਸੀਂ ਆਪਣਾ ਸਬਰ ਕਾਇਮ ਰੱਖਿਓ, ਸਰਕਾਰ ਜੋ ਜ਼ਬਰ ਕਰਦੀ ਆ ਉਹਨੂੰ ਖਿੜੇ ਮੱਥੇ ਚੱਲ ਜਾਓ, ਜੇ ਤੁਹਾਡੇ ਹੱਕ ਦੇ ਸਾਰਾ ਕੁਝ ਭੁਗਤੂਗਾ। ਪਰ ਸਭਰਾ ਸਾਹਿਬ 26 ਨੂੰ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਔਰ ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਕਿ ਕਿਸਾਨ ਜਿਹੜੇ ਨੇ ਉਹ ਮਾਹੌਲ ਖਰਾਬ ਕਰ ਸਕਦੇ ਨੇ, ਅਰਾਜਕਤਾ। ਕੀ ਤੁਸੀਂ ਉਸ ਤਿਰੰਗੇ ਦਾ ਵੀ ਸਨਮਾਨ ਕਰਦੇ ਹੋ ਜਾਂ ਸਿਰਫ ਕਿਸਾਨੀ ਝੰਡੇ ਦੇ ਹੇਠ ਜੇ ਆਪਣਾ ਜਿਹੜਾ ਮਾਰਚ ਕੱਢਣਗੇ? ਦੇਖੋ ਜੀ, ਤਿਰੰਗਾ ਸਾਡਾ ਵਾ, ਦੇਸ਼ ਸਾਡਾ ਵਾ, ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਬੁੱਧੀਜੀਵੀ ਵਰਗ ਇੱਕ ਜਗ੍ਹਾ ਤੇ ਆ। ਤਿਰੰਗੇ ਦਾ ਅਸੀਂ ਮਾਨ ਸਨਮਾਨ ਕਰਦੇ ਆ। ਤਿਰੰਗਾ ਜਿਹੜਾ ਵਾ ਉਹ ਅਸੀਂ ਉਹਦੀ ਬੇਅਦਬੀ ਕਰਨ ਵਾਲੇ ਨਹੀਂ ਗੇ। ਕਹਿਣਾ ਚਾਹੁੰਦੇ ਆ ਵੀ ਸਰਕਾਰ ਬੇਅਦਬੀ ਕਰ ਰਹੀ ਆ। ਸਰਕਾਰ ਤਿਰੰਗੇ ਦਾ ਮਾਨਤਾਨ ਨਹੀਂ ਸਗੋਂ ਰੱਖ ਰਹੀ। ਜੇ ਮਾਨਤਾਨ ਹੋਵੇ ਤੇ 135 ਕਰੋੜ ਭਾਰਤੀ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਅੱਜ ਲੱਖਾਂ ਲੋਕ ਦਿੱਲੀ ਦਰਬਾਰ ਬੈਠੇ ਆ, ਲੱਖਾਂ ਕਰੋੜਾਂ ਲੋਕ ਜਿਹੜੇ ਆ ਪਿੰਡਾਂ ਦੇ ਵਿੱਚ ਆਪਣੇ ਆਪਣੇ ਤਰੀਕੇ ਨਾਲ ਧਰਮ ਮੁਤਾਬਕ ਜਿਹੜੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਆ। ਕੋਈ ਪੂਜਾ ਕਰ ਰਿਹਾ, ਕੋਈ ਪਾਠ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ ਵਾ। ਇਸ ਕਰਕੇ ਸਾਰਾ ਕੁਝ ਹੋ ਰਿਹਾ ਵਾ ਕਿਉਂਕਿ ਪੂਰੇ ਦੇਸ਼ ਦਾ ਇਹ ਅੰਦੋਲਨ ਵਾ। ਅਸੀਂ ਗਣਤੰਤਰ ਦਿਵਸ ਦਾ ਜਿਹੜਾ ਮਾਨ ਸਨਮਾਨ ਸਰਕਾਰ ਨਾਲੋਂ ਵੱਧ ਕਰਦੇ ਆ। ਸਰਕਾਰ ਨੂੰ ਭੁਲੇਖਾ ਵਾ, ਉਹ ਤੇ ਇਸ ਗਣਤੰਤਰ ਦਿਵਸ ਨੂੰ ਮਜ਼ਾਕ ਬਣਾ ਰਹੇ ਆ। ਅਸੀਂ ਕਹਿੰਦੇ ਗਣਤੰਤਰ ਦਿਵਸ ਲੋਕਾਂ ਦਾ ਵਾ। ਲੋਕ ਪੂਰੀ ਤਰ੍ਹਾਂ ਜਿਹੜੇ ਉਹ ਸੰਗਠਿਤ ਨੇ। ਇਹ ਭਾਰਤ ਵਰਸ਼ ਰੂਪੀ ਸੁੰਦਰ ਫੁੱਲਾਂ ਦਾ ਗੁਲਦਸਤਾ ਜਿਹੜਾ ਵਾ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਇਹਦੀ ਪੰਖੜੀ ਕਰਨੀ ਚਾਹੁੰਦੀ ਆ। ਅਸੀਂ ਉਹਦੀ ਪੰਖੜੀ ਨਹੀਂ ਹੋ ਜਾਗੇ। ਜਿਹੜਾ ਇੱਥੋਂ ਇਹ ਰਵਾਨਾ ਹੋ ਰਿਹਾ ਮਾਰਚ, ਇਹਦਾ ਕੀ ਰੂਟ ਪਲਾਨ ਰਹੇਗਾ ਔਰ ਕਦੋਂ ਤੁਸੀਂ ਦਿੱਲੀ ਪਹੁੰਚੋਗੇ? ਵੇਖੋ ਜੀ, ਇਹਦਾ ਰੂਟ ਪਲਾਨ ਅਸੀਂ ਇੱਥੋਂ ਵਾਇਆ ਮੋਗਾ, ਉਧਰੋਂ ਵਾਇਆ ਜਲੰਧਰ, ਇਹ ਸਾਰੇ ਇਕੱਠੇ ਹੋਵਾਂਗੇ। ਅੱਗੇ ਜਾ ਕੇ ਅਸੀਂ ਦੁਰਾਹੇ ਲਾਗੇ ਜਾਂ ਫਤਿਹਗੜ੍ਹ ਸਾਹਿਬ ਲਾਗੇ ਇਕੱਠੇ ਹੋ ਗਏ। ਰਾਤ ਨੂੰ ਅਸੀਂ ਹੋ ਸਕਦਾ ਰਸਤੇ ਦੇ ਵਿੱਚ ਸਟੇ ਕਰੀਏ, ਕਿਤੇ ਅੰਬਾਲੇ ਲਾਗੇ ਸਟੇ ਕਰਕੇ ਦਿਨੇ ਅਸੀਂ ਉੱਥੋਂ ਆਪਣੇ ਕਾਫਲੇ ਪੂਰੇ ਇੱਕ ਕਰਕੇ ਤੋਰਾਂਗੇ ਤੇ ਉਹ ਪੂਰੇ ਦੇ ਪੂਰੇ ਕਾਫਲੇ ਜਿਹੜੇ ਅਸੀਂ ਉਹਦੇ ਵਿੱਚ ਆਪਣੇ ਰਾਜੀਵ ਇਹ ਵੀ ਇਹਨਾਂ ਨੂੰ ਪੁੱਛੋ ਕਿ ਇਹ ਕਹਿ ਰਹੇ ਨੇ ਕਿ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ, ਸਾਡਾ ਜਮਹੂਰੀ ਹੱਕ ਹੈ, ਪਰ ਸਰਕਾਰ ਨੂੰ ਲੱਗ ਰਿਹਾ ਹੈ ਕਿ ਕਿਸਾਨਾਂ ਨੇ ਵਿਰੋਧ ਦਾ ਇਹ ਤਰੀਕਾ ਚੁਣ ਲਿਆ ਹੈ, ਪਰ ਵਿਰੋਧ ਦਾ ਇਹ ਤਰੀਕਾ ਸਹੀ ਨਹੀਂ ਹੈ। ਇਸ ਨਾਲ ਦੇਸ਼ ਸ਼ਰਮਸਾਰ ਹੋਵੇਗਾ। ਦੁਨੀਆ ਭਰ ਦੇ ਵਿੱਚ ਭਾਰਤ ਦੀ ਇੱਕ ਵੱਖਰੀ ਤਸਵੀਰ ਹੋਵੇਗੀ ਕਿ ਇੱਕ ਦੇਸ਼ ਦੇ ਵਿੱਚ ਦੋ ਗਣਤੰਤਰ ਦਿਵਸ ਮਨਾਏ ਜਾ ਰਹੇ ਨੇ। जी हाँ बिल्कुल, पर मैं इत्थे दसना चाहना कि कुछ देर पहला यही जिहड़े किसान आगू ने या इन्हां दे नाल जिहड़े होर किसान ने इन्हां वल्लों जदों नारेबाजी की जा रही सी तां हत्थ दे विच एक पासे जिथे इन्हां दी जिहड़ी जथेबंदी है उसदा झंडा सी और दूसरे पासे देश दा तिरंगा झंडा भी सी। पर जिहड़ा
ਸਵਾਲ ਸਰਕਾਰ ਜਿਹੜਾ ਗੱਲ ਕਹਿ ਰਹੀ ਹੈ ਕਿ ਕਿਸਾਨ ਆਪਣੇ ਵਿਰੋਧ ਦੇ ਦੇ ਆੜ ਦੇ ਵਿੱਚ ਆਪਣਾ ਵੱਖਰੇ ਤੌਰ ਤੇ ਇੱਕ ਗਣਤੰਤਰ ਦਿਵਸ ਔਰ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ। ਵੇਖੋ ਜੀ, ਮੁੱਠੀ ਭਰ ਚੁਣੇ ਹੋਏ ਲੋਕਾਂ ਨੂੰ 5-7 ਹਜ਼ਾਰ ਲੋਕਾਂ ਨੂੰ ਗਣਤੰਤਰ ਦਿਵਸ ਮਨਾਉਣ ਦਾ ਹੱਕ ਨਹੀਂਗਾ। 135 ਕਰੋੜ ਭਾਰਤੀਆਂ ਨੂੰ ਵੀ ਹੱਕ ਵਾ। ਅੱਜ ਸਰਕਾਰ ਨਿਗਾਹ ਮਾਰੇ, ਉਹਦੀਆਂ ਏਜੰਸੀਆਂ ਮਾਰਨ, ਇਮਾਨਦਾਰੀ ਦੇ ਨਾਲ ਮੀਡੀਆ ਵਿਖਾਵੇ, ਜਿਹੜਾ ਨੈਸ਼ਨਲ ਮੀਡੀਆ ਉਹ ਵਿਖਾਵੇ, ਪੂਰਾ ਦੇਸ਼ ਇੱਕ ਜਗ੍ਹਾ ਤੇ ਇਕੱਠਾ ਵਾ। ਮਾਵਾਂ ਭੈਣਾਂ ਉਹ ਅੰਦੋਲਨ ਦੇ ਵਿੱਚ ਵੱਡੇ ਭਾਗ ਲੈ ਰਹੀਆਂ ਤੇ ਆ ਰਹੀਆਂ ਵਾ। ਉਹਨਾਂ ਨੇ ਵੀ 26 ਤਰੀਕ ਨੂੰ ਮਾਵਾਂ ਭੈਣਾਂ ਨੇ ਵੀ ਹਿੱਸਾ ਲੈਣਾ, ਮਹਿਲਾਵਾਂ ਨੇ ਹਿੱਸਾ ਲੈਣਾ ਵਾ। ਕਿ ਉਹਨਾਂ ਦਾ ਗਣਤੰਤਰ ਦਿਵਸ ਤੇ ਕੋਈ ਹੱਕ ਨਹੀਂਗਾ। ਅਸੀਂ ਕਹਿੰਦੇ ਆ ਵੀ 135 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਦੇ ਨਾਲ ਸਰਕਾਰ ਖੇਡ ਰਹੀ ਆ, ਨਾ ਖੇਡਿਆ ਜਾਵੇ। ਪਰ ਇੱਕ ਜਿਸ ਤਰੀਕੇ ਦਾ ਜਿੱਦ ਢੇੜੀ ਹੋਈ ਸਰਕਾਰ, ਦੂਸਰੇ ਪਾਸੇ ਜਥੇਬੰਦੀ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਤਣਾਅ ਦੀ ਸਥਿਤੀ ਵੀ ਬਣ ਸਕਦੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨੁਕਸਾਨ ਵੀ ਝੱਲਣਾ ਪੈ ਸਕਦਾ? ਵੇਖੋ ਜੀ, ਸਾਰਾ ਹੀ ਨੁਕਸਾਨ ਝੱਲਣ ਨੂੰ ਤਿਆਰ ਵਾਂ। ਖਿੜੇ ਮੱਥੇ ਸਰਕਾਰ ਦੀਆਂ ਡਾਂਗਾਂ ਦਾ, ਅਥਰੂ ਗੈਸ ਦਾ, ਹੰਝੂ ਗੈਸ ਦਾ, ਪਾਣੀ ਦੀਆਂ ਵਾਛੜਾਂ ਦਾ, ਗੋਲੀਆਂ ਦਾ ਮੁਕਾਬਲਾ ਜਿਹੜਾ ਉਹ ਛਾਤੀ ਢਾ ਕੇ ਕਰਾਂਗੇ। ਕਿਉਂਕਿ ਜਿਨ੍ਹਾਂ ਨੂੰ ਗੋਲੀਆਂ ਚਲਾਉਣ ਤੇ ਲਾਉਣਾ ਵਾ, ਡਾਂਗਾ ਚਲਾਉਣ ਤੇ ਉਹਨਾਂ ਸਾਡੇ ਉੱਤੇ ਲਾਉਣਾ ਵਾ, ਉਹ ਵੀ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਧੀਆਂ ਪੁੱਤ, ਕੋਈ ਤਾਇਆ, ਕੋਈ ਚਾਚਾ, ਕੋਈ ਭਤੀਜਾ ਵਾ, ਸਾਡੇ ਪਰਿਵਾਰਾਂ ਦੇ ਵਿੱਚ ਉਹ ਮੁਲਾਜ਼ਮ ਨੇ, ਉਹ ਕਿਤੇ ਬਾਹਰੋਂ ਨਹੀਂ ਆਏ। ਸਰਕਾਰ ਜਿਹੜੀ ਆ ਉਹ ਕਾਰਪੋਰੇਟ ਨਾਲ, ਜਗਤ ਨਾਲ ਰਲ ਕੇ ਭਾਰਤ ਦਾ ਆਪੋ ਵਿੱਚ ਵਖਰੇਵਾਂ ਪਾਉਣੀ ਚਾਹੁੰਦੀ ਆ। ਇਹ ਕਦੀ ਵੀ ਨਹੀਂ ਪੈਣ ਦਿਆਂਗੇ। ਪਰ ਇਹ ਕਿੰਨਾ ਕੁ ਜ਼ਰੂਰੀ ਹੈ ਕਿਸਾਨਾਂ ਵਾਸਤੇ 26 ਦਾ ਜਿਹੜਾ ਪਰੇਡ ਜਿਹੜੀ ਕੱਢਣੀ? ਕਿਉਂਕਿ ਤੁਸੀਂ ਸਰਕਾਰ ਕਹਿ ਰਹੀ ਹੈ ਕਿ ਇਹਨੂੰ ਨਾ ਕੱਢਿਆ ਜਾਵੇ। ਸੁਪਰੀਮ ਕੋਰਟ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਇਸ ਨੂੰ ਰੋਕਿਆ ਜਾਵੇ। ਉਹਦੇ ਪਿੱਛੇ ਤੁਸੀਂ ਸਰਕਾਰ ਦੀ ਕੀ ਮਨਸ਼ਾ ਸਮਝਦੇ ਹੋ ਔਰ ਕਿਸਾਨਾਂ ਦੀ ਕੀ ਮਨਸ਼ਾ? ਵੇਖੋ, ਸੁਪਰੀਮ ਕੋਰਟ ਨੇ ਜਿਹੜੀ 4 ਮੈਂਬਰੀ ਕਮੇਟੀ ਬਣਾਈ ਆ, 4 ਮੈਂਬਰੀ ਕਮੇਟੀ ਬਣਾ ਕੇ ਸਾਨੂੰ ਇੰਡੀਕੇਟਰ ਦੇਤਾ ਵਾ ਵੀ ਇਹਦੇ ਕਮੇਟੀ ਕੋਲੇ ਆ ਜਾਓ। ਉਹ ਕਮੇਟੀ ਉਹ ਆ ਜਿਹੜੇ 7-8 ਮਹੀਨੇ ਹੋ ਗਏ, ਉਸ ਤੋਂ ਪਹਿਲਾਂ ਵੀ ਇਹਨਾਂ ਬਿੱਲਾਂ ਦੇ ਫਾਇਦੇ ਗਿਣਾਉਂਦੇ ਹਟੇ ਆ। ਅਸੀਂ ਕਹਿੰਦੇ ਇਹਨਾਂ ਦੇ ਵਿੱਚ ਨੁਕਸਾਨ ਫਾਇਦਾ ਕੋਈ ਨਹੀਂ। ਇਹ ਕਹਿੰਦੇ ਆ ਵੀ ਢਾਂਚਾ ਰਹਿ ਗਿਆ। ਅਸੀਂ ਕਹਿੰਦੇ ਵੀ ਢਾਂਚਾ ਵੀ ਜਿਹੜਾ ਵਾ ਉਹ ਗਿਰਾ ਦਿਓ, ਉਹ ਢਾਂਚਾ ਵੀ ਖਤਮ ਕਰ ਦਿਓ। ਜਦੋਂ ਲੋੜ ਪਊ ਉਦੋਂ ਕਾਨੂੰਨ ਬਣਾ ਲਾਂਗੇ। ਇਸ ਕਰਕੇ ਬੇਨਤੀ ਆ ਵੀ ਇਹ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਆ। ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰੇ। ਸੁਪਰੀਮ ਕੋਰਟ ਨੂੰ ਚਾਹੀਦਾ ਸੀ, ਉਹਨਾਂ ਨੂੰ ਹੋਲਡ ਤੇ ਜੋ ਰੱਖਿਆ ਗਿਆ। ਜਿਹੜੀ ਚੀਜ਼ ਚਾਹੀਦੀ, ਜਿਹੜੀ ਚੀਜ਼ ਖਤਮ ਕਰਨੀ ਆ, ਤੇ ਸੁਪਰੀਮ ਕੋਰਟ ਨੂੰ ਹੱਕ ਵਾ, ਉਹ ਖਤਮ ਕਰ ਦਿੰਦੇ। ਪਰ ਜੇ ਸਰਕਾਰ, ਤੁਸੀਂ ਜਿਹੜੀ ਮੰਗ ਕਰ ਰਹੇ ਹੋ ਕਿ ਕਾਨੂੰਨ ਜਿਹੜੇ ਨੇ ਰੱਦ ਕੀਤੇ ਜਾਣ, ਪਰ ਜੇ ਸਰਕਾਰ ਕਹਿੰਦੀ ਕਿ ਅਸੀਂ ਰੱਦ ਕਰਨ ਵਾਲੇ ਪਾਸੇ ਵੀ ਤੁਰਦੇ ਆ, ਪਰ ਤੁਸੀਂ ਮਾਰਚ ਨਾ ਕੱਢੋ, ਫਿਰ ਤੁਹਾਡਾ ਕੀ ਰੋਕ? ਵੇਖੋ ਜੀ, ਪਾਸੇ ਕਰਨ ਦੀ ਅੱਜ 20 ਤਰੀਕ ਵਾ, 26 ਤਰੀਕ ਨੂੰ ਮਾਰਚ ਵਾ। ਬਿਲਕੁਲ ਰਾਜੀਵ, ਤਾਂ ਫਿਲਹਾਲ ਜਿਸ ਟਰੈਕਟਰ ਪਰੇਡ ਦੀਆਂ ਕਿਸਾਨ ਤਿਆਰੀਆਂ ਕਰ ਰਹੇ ਨੇ, ਉਸ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਦੇ ਨਾਲ ਜੋ ਕਿਸਾਨਾਂ ਦੀ ਬੈਠਕ ਹੋਣੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਵੱਡੀ ਖਬਰ ਦੱਸ ਦਈਏ ਕਿ ਟਰੈਕਟਰ ਪਰੇਡ ਨੂੰ ਲੈ ਕੇ ਜੋ ਬੈਠਕ ਅੱਜ ਜੋ ਮੀਟਿੰਗ ਦਿੱਲੀ ਪੁਲਿਸ ਦੇ ਨਾਲ ਕਿਸਾਨਾਂ ਦੀ ਵਿਗਿਆਨ ਭਵਨ ਦੇ ਵਿੱਚ ਹੋ ਰਹੀ ਸੀ, ਉਹ ਸ਼ੁਰੂ ਹੋ ਗਈ ਹੈ। ਟਰੈਕਟਰ ਪਰੇਡ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ, ਰੂਟ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਕਿਸਾਨਾਂ ਨੇ ਹਾਲਾਂਕਿ ਕੱਲ 2 ਟੁਕ ਕਹਿ ਦਿੱਤਾ ਸੀ ਕਿ ਕੋਈ ਸਮਝੌਤਾ ਇਸ ਪਰੇਡ ਨੂੰ ਲੈ ਕੇ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਬਕਾਇਦਾ ਇਹ ਵੀ ਕਿਹਾ ਕਿ ਅਸੀਂ KMP ਵਾਲੇ ਪਾਸੇ ਜਾਂ ਹੋਰ ਕਿਸੇ ਪਾਸੇ ਪਰੇਡ ਨਹੀਂ ਕੱਢਾਂਗੇ, ਦਿੱਲੀ ਦੇ ਅੰਦਰ ਹੀ ਅਸੀਂ ਐਂਟਰੀ ਕਰਾਂਗੇ। ਪਰੇਡ ਪਰ ਸ਼ਾਂਤੀਪੂਰਵਕ ਤਰੀਕੇ ਨਾਲ ਹੋਵੇਗੀ। ਇਹ ਗੱਲ ਜ਼ਰੂਰ ਬਾਰ-ਬਾਰ ਜੋ ਹੈ ਕਿਸਾਨਾਂ ਦੇ ਵੱਲੋਂ ਕਹੀ ਜਾ ਰਹੀ ਹੈ। ਕਿਸਾਨ ਕਹਿ ਰਹੇ ਨੇ ਕਿ ਅਸੀਂ ਵੀ ਗਣਤੰਤਰ ਦਿਵਸ ਮਨਾਉਣਾ ਚਾਹੁੰਦੇ ਹਾਂ, ਸਾਡਾ ਵੀ ਦੇਸ਼ ਹੈ, ਅਸੀਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਾ ਚਾਹੁੰਦੇ ਹਾਂ। ਤੇ ਇੱਕ ਹੋਰ ਉਹਨਾਂ ਨੇ ਵੱਡੀ ਗੱਲ ਕਹੀ ਸੀ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਗਣਤੰਤਰ ਦਿਵਸ ਕੀ ਹੁੰਦਾ ਹੈ, ਇਸ ਲਈ ਅਸੀਂ ਇਸ ਵਾਰ ਵੱਡੇ ਪੱਧਰ ਤੇ ਗਣਤੰਤਰ ਦਿਵਸ ਮਨਾ ਕੇ ਹਰ ਕਿਸੇ ਨੂੰ ਦੱਸਣਾ ਚਾਹੁੰਦੇ ਹਾਂ ਕਿ ਆਖਿਰਕਾਰ ਗਣਤੰਤਰ ਦਿਵਸ ਕਿਉਂ ਜੋ ਮਨਾਇਆ ਜਾਂਦਾ ਹੈ, ਕਿਉਂ ਇਹ ਸਾਰੇ ਦੇਸ਼ ਵਾਸੀਆਂ ਦੇ ਲਈ ਜ਼ਰੂਰੀ ਹੈ, ਨਾ ਕਿ ਸਿਰਫ ਸ਼ਹਿਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ। ਪੰਕਜ ਕਪਾਹੀ ਸਾਡੇ ਸਹਿਯੋਗੀ ਲਗਾਤਾਰ ਵਿਗਿਆਨ ਭਵਨ ਤੋਂ ਜਾਣਕਾਰੀ ਦੇ ਰਹੇ ਹਨ। ਤਾਂ ਪੰਕਜ, ਆਖਿਰਕਾਰ ਮੀਟਿੰਗ ਸ਼ੁਰੂ ਹੋ ਗਈ ਹੈ, ਫਿਲਹਾਲ ਹੋਰ ਕੀ ਕੁਝ ਅਪਡੇਟ? ਬਿਲकुल 5 ਤੋਂ 6 ਨੁਮਾਇੰਦੇ ਕਿਸਾਨਾਂ ਦੇ ਜਿਹੜੇ ਨੇ ਉਹ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ। ਵਿਗਿਆਨ ਭਵਨ ਦੇ ਅੰਦਰ ਦੀਆਂ ਤਸਵੀਰਾਂ ਨੇ। ਵਿਗਿਆਨ ਭਵਨ ਅੰਦਰ ਮੀਟਿੰਗ ਜਿਹੜੀ ਹੈ ਉਹ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ, ਔਰ ਇੱਥੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੀ ਕੁਝ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਇਸ ਮੀਟਿੰਗ ਦਾ ਹਿੱਸਾ ਬਣੇ ਨੇ। ਕਿਉਂਕਿ ਹਰਿਆਣੇ ਤੋਂ, ਉੱਤਰ ਪ੍ਰਦੇਸ਼ ਤੋਂ ਔਰ ਕਿਉਂਕਿ ਪੰਜਾਬ ਤੋਂ ਹੁੰਦੇ ਹੋਏ ਹਰਿਆਣਾ ਜਿਹੜਾ ਆਂਦਾ ਹੈ ਦਿੱਲੀ ਤੋਂ ਪਹਿਲਾਂ, ਤਾਂ ਉੱਥੋਂ ਦੇ ਅਧਿਕਾਰੀ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ। ਔਰ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਇੱਕ ਮੰਗ ਕੀਤੀ ਸੀ ਦਿੱਲੀ ਪੁਲਿਸ ਦੇ ਸਾਹਮਣੇ ਕਿ ਆਊਟਰ ਰਿੰਗ ਰੋਡ ਜਿਹੜੀ ਹੈ ਉਹ ਦਿੱਤੀ ਜਾਵੇ। ਉੱਥੇ ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਲੱਖਾਂ ਟਰੈਕਟਰ ਆਣਗੇ, ਉੱਥੇ ਟਰੈਕਟਰ ਜਿਹੜੇ ਨੇ ਉਹ ਕੱਢੇ ਜਾਣ। ਇੱਕ ਪੂਰੀ ਕਈ ਕਿਲੋਮੀਟਰ ਦੀ ਜੋ ਰਿੰਗ ਰੋਡ ਹੈ, ਜੋ ਪੂਰੇ ਦਿੱਲੀ ਦੇ ਚਾਰੋਂ ਪਾਸੇ ਇੱਕ ਘੁੰਮਦੀ ਹੈ, ਆਊਟਰ ਸਾਈਡ ਹੈ, ਉਹ ਉਸ ਦੇ ਉੱਤੇ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਵੇ। ਤਾਂ ਅਜਿਹੇ 'ਚ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਆਪਣਾ ਤਰਕ ਹੋਏਗਾ। ਦਿੱਲੀ ਪੁਲਿਸ ਦੇ ਅਧਿਕਾਰੀ ਆਪਣੀ ਗੱਲ ਰੱਖਣਗੇ ਔਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਉਹ ਆਪਣੀ ਗੱਲ ਰੱਖਣਗੇ। ਔਰ ਅੰਦਰ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਡਾਕਟਰ ਦਰਸ਼ਨਪਾਲ, ਗੁਰਨਾਮ ਸਿੰਘ ਹੋਰੀ ਔਰ ਬਲਬੀਰ ਸਿੰਘ ਰਾਜੇਵਾਲ,
ਜਗਮੋਹਨ ਸਿੰਘ ਔਰ ਕਈ ਦੋ ਹੋਰ ਕਿਸਾਨ ਆਗੂ ਉਹ ਜਿਹੜੇ ਨੇ ਅੰਦਰ ਮੀਟਿੰਗ ਜਿਹੜੀ ਹੈ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਜੁਆਇੰਟ ਪੁਲਿਸ ਕਮਿਸ਼ਨਰ ਔਰ ਨਾਲ ਹੀ ਨਾਲ ਕਈ ਸਾਰੇ ਜਿਹੜੇ ਟੌਪ ਆਫੀਸਰ ਨੇ ਦਿੱਲੀ ਪੁਲਿਸ ਦੇ, ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤ ਬਿਲਕੁਲ ਪੰਕਜ, ਤਾਂ ਫਿਲਹਾਲ ਇਧਰਲੇ ਪਾਸੇ ਵੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਟਰੈਕਟਰ ਪਰੇਡ ਨੂੰ ਲੈ ਕੇ ਅਹਿਮ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ। ਤਾਂ ਸੁशील पांडे ਸਾਡੇ सहयोगी जुड़े ने, सुप्रीम कोर्ट की जानकारी दे रहे हैं। तो सुशील, एक और दिल्ली पुलिस और किसानों की बैठक शुरू हो चुकी है ट्रैक्टर परेड को लेकर, और दूसरी ओर अब सुप्रीम कोर्ट को लेकर क्या स्टेटस है, क्या कुछ अपडेट? जी देखिए अमृत, सुप्रीम कोर्ट में इस पूरे मामले पर सुनवाई होने में थोड़ा सा समय है, क्योंकि इस पूरे मामले में अभी किसी दूसरे मुद्दे पर सुप्रीम कोर्ट सुनवाई कर रहा है। लेकिन उम्मीद ये है कि 15 से 20 मिनट में सुप्रीम कोर्ट उस किसानों के प्रदर्शन के मामले पर सुनवाई शुरू कर सकता है। हालांकि जिस तरह अभी फिलहाल किसानों के प्रदर्शन को लेकर दिल्ली पुलिस एक और बात कर रही है, वहीं अब सरकार के साथ भी बैठक होने वाली है, जिसमें सरकार भी शायद हो सकता है कन्विंस करे ट्रैक्टर रैली को लेकर। तमाम किसान एसोसिएशन जो फिलहाल विज्ञान भवन पहुंचे हैं उस पर भी चर्चा हो सकती है। और जैसा पंकज हमारे जो सहयोगी हैं वो बता भी रहे थे कि एनआईए के द्वारा जो नोटिस जारी किया गया है उस पर भी चर्चा हो सकती है। तो ये मामला काफी क्रूशियल है। किसानों को सरकार हर उस मुद्दे पर कन्विंस करने की कोशिश कर रही है, लेकिन सुप्रीम कोर्ट इस पूरे मामले में कानून के पहलुओं पर विचार करेगा। सुप्रीम कोर्ट में अर्जी फिलहाल दिल्ली पुलिस की वही है कि ट्रैक्टर रैली ना निकाली जाए, और ऐसे में सुप्रीम कोर्ट कोई आदेश जारी करे और उसी आदेश के बिहाफ पर दिल्ली पुलिस आगे की कार्रवाई करे। क्योंकि दिल्ली पुलिस की तरफ से साफ तौर से कहा गया है कि तमाम जो आला अधिकारी हैं उन्होंने किसान एसोसिएशन से बातचीत की है ट्रैक्टर रैली को लेकर, लेकिन किसान एसोसिएशन की तरफ से किसी भी प्रकार से कोई आवेदन नहीं दिया गया है। यानी कि अगर तमाम जो किसान एसोसिएशन है उनका अगर ये भी कहना है कि वो दिल्ली के आउटर सर्कल में किसान रैली, ट्रैक्टर रैली करना चाहते हैं, तो भी उनको आवेदन देकर परमिशन लेना होगा। लेकिन अभी किसी एसोसिएशन ने ऐसा कोई भी परमिशन दिल्ली पुलिस से नहीं लिया है। अब ये दिल्ली पुलिस के लिए एक बड़ा सरदर्द है, सरकार के लिए भी बड़ा सरदर्द है कि वो किसानों को इस तरह से कैसे मनाएं, क्योंकि लगातार किसान जो हैं वो अभी 55 दिन से अपनी जिद पर अड़े हुए हैं और ट्रैक्टर रैली फिलहाल इस किसान बिल के विरोध में ही निकालना चाहते हैं। सबसे बड़ी बात सुप्रीम कोर्ट के समक्ष यह भी होगा अमृत की 26 जनवरी के दिन सुप्रीम कोर्ट ऐसा बिल्कुल नहीं कह सकता है कि कोई भी व्यक्ति अगर तिरंगा झंडा लेकर सड़क पर चल रहा है तो उसको रोका जाए, क्योंकि ये उसका मौलिक अधिकार है और संविधान के तहत उसको ये अधिकार दिया गया है। और अगर तमाम जो लोग हैं, जरूर जिसको लेकर हम देख रहे हैं कि शायद कंफ्यूजन बनी हुई है, लेकिन बताना चाहते हैं कि किसानों की ओर से भी ये साफ कर दिया गया है बार बार कि ये जो उनकी ओर से ट्रैक्टर परेड की जानी है वो एक विरोध के रूप में नहीं की जानी है, बल्कि किसान भी अपने मौलिक अधिकारों का इस्तेमाल करते हुए ही ये ट्रैक्टर परेड निकाल रहे हैं। क्योंकि किसान कह रहे हैं कि गणतंत्र दिवस मनाने का हक सबको है, तो सरकार पहले तो ये चिंता छोड़ दे कि हम सरकार का विरोध करेंगे, क्योंकि बाकायदा जो ट्रैक्टर हैं उन पर तिरंगा झंडा भी लगाया गया है और वो लहराया जाएगा किसानों की ओर से, लेकिन किसी जगह पर जाकर नहीं, बल्कि वो ट्रैक्टरों पर किसानी झंडे के साथ साथ वो तिरंगा झंडा भी है। और दूसरा पॉइंट जो किसानों की ओर से रखा जा रहा है कि गांव में ज्यादातर लोगों को आज तक पता ही नहीं है कि गणतंत्र दिवस क्या है, ये सिर्फ शहरी लोगों का एक समागम बनकर रह चुका है। तो इसलिए हम पूरे देश को बताना चाहते हैं, खासतौर पर गांव से जुड़े लोगों को, कि ये हमारा एक हक है और इसको हमें एक त्योहार की तरह मनाना चाहिए। जिसलिए अब तक जैसे हम प्रोग्राम करते आए हैं, महिला दिवस या कोई गुरुपर्व मना रहे हैं, तो ऐसे ही हम गणतंत्र दिवस भी जो है मनाएंगे। हाँ जी देखिए अमृत, ये कह देना कि तमाम जो गांव के लोग हैं उनको ये नहीं पता कि गणतंत्र दिवस क्या है या गणतंत्र दिवस का परेड क्या है, ये कह पाना थोड़ा सा हास्यास्पद है। लेकिन फिलहाल ये किसानों का अपना बात है, लेकिन सबसे महत्वपूर्ण बात फिलहाल सरकार के सामने और सुप्रीम कोर्ट के समक्ष अमृत ये है, वो साफ तौर से उनका कहना ये है कि इस पूरी रैली में गारंटी ये नहीं है किसान एसोसिएशन की तरफ से या किसी भी की तरफ से कि वो हिंसा में ना तब्दील हो। क्योंकि जिस तरह रिपोर्ट बताई भी गई है सुप्रीम कोर्ट में और अटॉर्नी जनरल की तरफ से यह कहा गया है कि इस पूरे मामले में कुछ ऐसे भी प्रतिबंधित संगठन हैं जो एक अलग खालिस्तान बनाने की मांग कर रहे हैं, और निश्चित रूप से जो प्रतिबंधित संगठन है यानी सिख फॉर जस्टिस, ये तमाम ऐसे संगठन हैं जो फिलहाल किसानों के बेस में या किसानों को बरगलाने की कोशिश कर रहे हैं। और ऐसे में दिल्ली पुलिस और सरकार कंसर्न ये है कि इसकी क्या गारंटी है कि अगर रैली निकलेगी उस रैली में कोई हिंसा ना हो या कोई अनहोनी गतिविधियां ना होने पाए। ये कह पाना थोड़ा सा मुश्किल है और इसीलिए सरकार भी चिंतित है और दिल्ली पुलिस भी चिंतित है। हालांकि
कि रैली शांतिप्रद हो और रैली ठीक से निकाली जाए, इसका विरोध नहीं है। विरोध सरकार के सामने यह है कि इस पूरे मामले में अगर सुप्रीम कोर्ट ने पहली भी हियरिंग में कहा था कि जो इस तरह प्रदर्शन चल रहा है, ऐसे में आने वाले दिनों में प्रदर्शन हिंसा में तब्दील हो सकता है, और अगर ऐसा होता है अमृत, तो इसकी जिम्मेदारी कौन लेगा? किसान एसोसिएशन लेंगे, सरकार लेगी, दिल्ली पुलिस लेगी, या फिर कोर्ट लेगा? और इसीलिए कंसर्न फिलहाल दिल्ली पुलिस, सरकार और सुप्रीम कोर्ट के सामने यही है। और इसीलिए सुप्रीम कोर्ट ने यह भी कहा था कि जो बुजुर्ग हैं, जो महिलाएं हैं, वो निश्चित रूप से अपने घर चले जाएं, क्योंकि ये उनकी तरफ से अपील है कि इस बिल को लेकर सरकार की तरफ से जो भी बातें हैं या किसानों में जो भी जिद है, वो इसको दूर करने की पूरी कोशिश करेंगे। बावजूद इसके ना कोई बुजुर्ग और ना कोई महिलाएं फिलहाल प्रदर्शन स्थल से गई हैं। तो आप समझ सकती हैं कि जिस तरह ट्रैक्टर रैली निकाली जा रही है, ऐसे में क्या किसान एसोसिएशन की तरफ से दिल्ली पुलिस को ऐसी कोई अंडरटेकिंग दी जा रही है कि जो रैली निकाली जाएगी उस रैली में हिंसा ना हो? और इसीलिए तमाम जो दिल्ली पुलिस के आला अधिकारी हैं वो किसान एसोसिएशन से इसी बाबत मिल रहे हैं कि अगर ट्रैक्टर रैली निकालने की बात कही जा रही है तो इसकी क्या गारंटी है कि ट्रैक्टर रैली में हिंसा नहीं होगी? ये एक चिंता का विषय जरूर है, लेकिन आपको याद होगा कि कल जो किसान संगठनों की बैठक हुई है, उसके बाद भी किसानों ने आकर जो बाहर बयान जारी किया है कि सीधे तौर पर हमने बार बार पुलिस को आश्वस्त किया है कि आप इस बात की फिक्र ना करें कि माहौल खराब होगा। और बाकायदा जिस ट्रैक्टर परेड की किसान बात कर रहे हैं, जैसे राजपथ पर जो ट्रैक्टर परेड होती है उसमें हमें अलग अलग झांकियां देखने को मिलती हैं, तो बिल्कुल वैसे ही किसानों की ओर से भी तैयारी की जा रही है कि इस ट्रैक्टर परेड में झांकियां जो है अलग अलग निकाली जाएंगी। और एक जो ये भी बात है कि सवाल जरूर उठ रहे थे कि कुछ बख्तरबंद ट्रैक्टर तैयार किए जा रहे हैं, या फिर कुछ ट्रैक्टर ऐसे भी थे जिन पर कुछ आपत्तिजनक स्लोगन भी लिखे गए थे। तो किसान संगठनों की ओर से यह भी कह दिया गया कि ऐसे कोई ट्रैक्टर तैयार ना किए जाएं, या फिर ऐसे ट्रैक्टर इस परेड में शामिल ना किए जाएं जिससे कि यह लगे कि हम एक परेड करने की बजाय युद्ध करने की तैयारी कर रहे हैं। जी देखिए अमृत, सबसे महत्वपूर्ण बात इस पूरे मामले में यह भी है कि चूंकि 400 से ज़्यादा एसोसिएशन हैं और उन तमाम एसोसिएशन में तमाम जो किसान हैं उनकी अलग अलग राय है, और इसीलिए जब सुप्रीम कोर्ट इस पूरे मामले में सुनवाई कर रहा था अमृत, तो आप खुद भी उस मामले में थी कि कुछ एसोसिएशन जो फिलहाल सरकार के इस बिल का समर्थन कर रहे थे, कुछ एसोसिएशन सरकार के द्वारा बनाई गई इस कमेटी और सरकार के इस बिल के विरोध में थे। सुप्रीम कोर्ट में कई ऐसे बड़े एडवोकेट जो हैं वो सुनवाई के एक दिन पहले पेश हुए और उन्होंने कहा कि अगर कमेटी बनाती है सुप्रीम कोर्ट तो निश्चित रूप से वो इस पूरे मामले में अपने एसोसिएशन से बातचीत करेंगे। और लेकिन जब कमेटी की बात आई तो तमाम एसोसिएशन पीछे हट गए और उनके वकील भी पेश नहीं हुए। तो अभी जो किसान आंदोलन है वो खुद बटा हुआ है, और ऐसे में दिल्ली पुलिस के सामने मुश्किल है, सरकार के सामने मुश्किल है कि एक अगर एसोसिएशन ये कहता है कि जो ट्रैक्टर रैली निकाली जा रही है उस ट्रैक्टर रैली में कोई हिंसा नहीं होगी, तो उसकी क्या गारंटी है कि दूसरा एसोसिएशन जो भी ट्रैक्टर रैली में शामिल होगा वो हिंसा नहीं भड़काएगा। और इसीलिए कंसर्न देश की सबसे बड़ी अदालत का भी है कि अगर इस पूरी रैली में हिंसा होती है तो इसकी जिम्मेदारी किसकी होगी और जवाबदेही किसकी होगी। और इसीलिए दिल्ली पुलिस सुप्रीम कोर्ट से चाहता है कि इस मामले में अगर सुप्रीम कोर्ट कोई आदेश जारी करता है तो कहीं ना कहीं दिल्ली पुलिस के हाथ और मजबूत होंगे। लेकिन दिल्ली पुलिस की तरफ से सुप्रीम कोर्ट की तरफ से यह साफ तौर से कहा गया है कि धारा 144 दिल्ली के परिक्षेत्र में पहले ही लगा दिया जाता है, यानी कि 26 जनवरी के एक हफ्ता पहले दिल्ली परिक्षेत्र में धारा 144 लगा दी जाती है, जहां सीधा मतलब यह होता है कि वहां पर 4 से ज्यादा लोग खड़े ना हो। ऐसे में दिल्ली पुलिस एक्ट के मुताबिक दिल्ली की सुरक्षा व्यवस्था दिल्ली पुलिस के हाथ में है, और किसको दिल्ली में एंट्री देना है, किसको दिल्ली में एंट्री नहीं देना है, यह दिल्ली पुलिस बेहतर समझती है। और इसी आदेश के बाद अमृत दिल्ली पुलिस हरकत में आई और तमाम जो आला अधिकारी हैं वो अगले ही दिन तमाम किसान एसोसिएशन से मिलने लगे, चाहे वो सिंधु बॉर्डर हो, चाहे वो गाजीपुर हो, उन तमाम जगह पर। लेकिन बावजूद इसके जो तमाम जो किसान हैं वो ये कह रहे हैं कि उनकी जो ट्रैक्टर रैली होगी वो शांतिप्रिय होगी। और ऐसे में पुलिस के सामने अब समस्या यह है कि क्या इस पूरे मामले में कोई लिखित एसोसिएशन की तरफ से बातें कही जा रही हैं कि ये पूरी जो ट्रैक्टर रैली होगी वो शांतिप्रिय होगी और इस ट्रैक्टर रैली में हिंसा नहीं होगी। हो सकता है सुप्रीम कोर्ट में आज दिल्ली पुलिस की तरफ से ये बातें रखी जाएं, क्योंकि अभी तक तमाम जो आला अधिकारी हैं एक और किसान एसोसिएशन से बातचीत कर रहे हैं, सरकार की तरफ से भी विज्ञान भवन में किसानों के साथ बातचीत हो रही है, और तमाम जो फिलहाल अगर बात करें
सुप्रीम कोर्ट में, तो उस पर भी इस मामले में बात आगे आएगी। सवाल इस मामले में यह है कि आखिर किसान को बिल्कुल, मनाया सुशील, तो कैसे फिलहाल जाए, क्योंकि सुप्रीम कोर्ट की ओर सकारात्मकता से क्या कहा जाता है, क्योंकि दिल्ली पुलिस की मीटिंग तो चल रही है और दिल्ली पुलिस भी ये जानती है कि किसान अगर भरोसा दे रहे हैं तो हो सकता है कि ये उसी तरीके से रैली निकले, इसीलिए दिल्ली पुलिस ये कह रही है कि आप या तो कोई रूट और डिसाइड कर ले। फिलहाल क्या नेगोशिएशन होती है इस पर तो नजर लगातार बनी हुई है। आपका फिर से रुख करेंगे सुप्रीम कोर्ट में जैसे ही हियरिंग स्टार्ट होती है ਤਾਂ लगातार जो ਤੁਹਾਨੂੰ ਹੁਣ ਅਸੀਂ ਇਹ ਵੀ ਦਿਖਾ ਰਹੇ ਹਾਂ ਕਿ ਪਰੇਡ ਤੇ ਰੇਡ ਕਾ ਕਿਉਂ ਹੈ। ਦਿੱਲੀ ਪੁਲਿਸ ਦਾ ਤਰਕ ਹੈ ਕਿ ਦੇਸ਼ ਸ਼ਰਮਿੰਦਾ ਹੋਵੇਗਾ, ਕਿਸਾਨ ਕਹਿ ਰਹੇ ਨੇ ਕਿ ਚਿੰਤਾ ਛੱਡ ਦੋ, ਦੇਸ਼ ਦਾ ਮਾਨ ਬਰਕਰਾਰ ਰਹੇਗਾ। ਦਿੱਲੀ ਪੁਲਿਸ ਕਹਿ ਰਹੀ ਹੈ ਦਿੱਲੀ 'ਚ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ, ਕਿਸਾਨ ਕਹਿ ਰਹੇ ਨੇ ਸਾਡਾ ਸੰਵਿਧਾਨਿਕ ਹੱਕ ਹੈ। ਦਿੱਲੀ ਪੁਲਿਸ ਕਹਿ ਰਹੀ ਹੈ ਕਿ ਕੌਮੀ ਪਰੇਡ ਦੇ ਵਿੱਚ ਵਿਘਨ ਪਵੇਗਾ, ਜੋ ਕਿਸਾਨ ਕਹਿ ਰਹੇ ਨੇ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਵੇਗਾ। ਜੋ ਸਰਕਾਰ ਹੈ ਜਾਂ ਦਿੱਲੀ ਪੁਲਿਸ ਹੈ ਉਹ ਚਿੰਤਾ ਛੱਡ ਦੇਵੇ ਕਿ ਇਸ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂ ਫਿਰ ਹਾਲਾਤ ਜੋ ਹੈ ਉਹ ਵਿਗੜ ਜਾਣਗੇ। ਤਾਂ ਲਗਾਤਾਰ ਦਿੱਲੀ ਪੁਲਿਸ ਤੇ ਕਿਸਾਨਾਂ ਦੀ ਬੈਠਕ ਵੀ ਸ਼ੁਰੂ ਹੋ ਗਈ ਹੈ, ਸੁਪਰੀਮ ਕੋਰਟ 'ਚ ਵੀ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ ਤੇ ਹੁਣ ਤੋਂ ਕੁਝ ਹੀ ਦੇਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਵਿਗਿਆਨ ਭਵਨ 'ਚ ਸਰਕਾਰ ਦੇ ਨਾਲ ਮੀਟਿੰਗ 'ਚ ਹਿੱਸਾ ਲੈਣ ਲਈ ਰਵਾਨਾ ਹੋ ਜਾਣਗੀਆਂ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।